ਫਰਾਂਸੀਸੀ ਆਫੀਸਰ ਮਿਖੇਲ ਬੈਨੇਡਿਕਟ ਸਾਕ ਆਪਣੀ ਡਾਇਰੀ 'ਚ ਲਿਖਦਾ ਹੈ ਕਿ ਜਦ ਮੈਂ ਹਰੀ ਸਿੰਘ ਨਲਵਾ ਦੇ ਕੋਲੋਂ ਇਹ ਸਵਾਲ ਕੀਤਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬੇਸ਼ੁਮਾਰ ਜੰਗਾਂ ਲੜੀਆਂ ਨੇ ਅਤੇ ਅਮੂਮਨ ਫਤਿਹ ਦਰਜ ਕੀਤੀ ਹੈ, ਪਰ ਤੁਸੀਂ ਕਿਸ ਤਰ੍ਹਾਂ ਦੀ ਜਿੱਤ ਨੂੰ ਵੱਡੀ ਸਫਲਤਾਪੂਰਵਕ ਅਤੇ ਕਾਮਯਾਬ ਜਿੱਤ ਮੰਨਦੇ ਹੋ, ਤਾਂ ਹਰੀ ਸਿੰਘ ਨਲਵਾ ਦਾ ਜਵਾਬ ਸੀ ਕਿ ਜੋ ਜੰਗ ਬਿਨਾਂ ਲੜੇ ਜਿੱਤ ਲਈ ਜਾਵੇ ਉਸ ਤੋਂ ਵੱਡੀ ਜਿੱਤ ਹੋ ਹੀ ਨਹੀਂ ਸਕਦੀ। ਇਸ ਗੱਲ ਤੋਂ ਇਹ ਅੰਦਾਜ਼ਾ ਤਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਸਿੱਖ ਕੌਮ ਦੇ ਉਸ ਮਹਾਨ ਜਰਨੈਲ ਦੀ ਇੰਟਲੈਕਚੁਅਲ ਪੀਕ ਕਿਸ ਮਿਆਰ ਦੀ ਹੋਵੇਗੀ। ਸਰਦਾਰ ਹਰੀ ਸਿੰਘ ਨਲਵਾ ਦੇ ਵਰਗਾ ਦਲੇਰ ਅਤੇ ਅਨੂਠਾ ਜਰਨੈਲ ਤੁਸੀਂ ਪੜ੍ਹ ਕੇ ਦੇਖ ਲਓ, ਦੁਨੀਆ ਦੇ ਇਤਿਹਾਸ ਦੇ ਅੰਦਰ ਕੋਈ ਟਾਵਾਂ ਮਿਲੇਗਾ ਤੁਹਾਨੂੰ ਜਿਸ ਨੇ ਥੋੜ੍ਹੇ ਜਿਹੇ ਮਹਿਦੂਦ ਸਮੇਂ ਦੇ ਵਿੱਚ ਵੱਡੀ ਧਾਂਕ ਜਮਾਈ ਅਤੇ ਪੰਜਾਬ ਦੇ ਇਸ ਸਪੂਤ ਨੇ ਸਿੱਖਾਂ ਦੇ ਸੁਨਹਿਰੀ ਇਤਿਹਾਸ ਦੇ ਅੰਦਰ ਐਸੀ ਮਿੱਟ ਛਾਪ ਛੱਡੀ ਜੋ ਰਹਿੰਦੀ ਦੁਨੀਆ ਤੱਕ ਰਹੇਗੀ। ਦੋਸਤੋ, ਦੌਰਾਨੇ ਰਿਸਰਚ ਅਸੀਂ ਮੁਖਤਲਿਫ ਕਿਤਾਬਾਂ ਅਤੇ ਮੁਖਤਲਿਫ ਸੋਰਸਸ ਤੋਂ ਜਾਣਕਾਰੀ ਇਕੱਤਰ ਕੀਤੀ ਹੈ, ਪਰ ਜੋ ਜ਼ਿਆਦਾਤਰ ਜਾਣਕਾਰੀ ਅਸੀਂ ਵਿਨੀਤ ਨਲਵਾ ਜੋ ਕਿ ਸਰਦਾਰ ਹਰੀ ਸਿੰਘ ਨਲਵਾ ਦੀ ਵੰਸ਼ ਦੇ ਵਿੱਚੋਂ ਨੇ, ਉਹਨਾਂ ਦੀ ਕਿਤਾਬ ਹਰੀ ਸਿੰਘ ਨਲਵਾ ਚੈਂਪੀਅਨ ਆਫ ਦਾ ਖਾਲਸਾ ਜੀ, ਇਸ ਕਿਤਾਬ ਦੇ ਵਿੱਚੋਂ ਜ਼ਿਆਦਾ ਹਵਾਲੇ ਲਏ ਗਏ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਵੰਸ਼ਜ ਹੈ। ਉਹਨਾਂ ਦੇ ਕੋਲ ਅਸਲ ਜਾਣਕਾਰੀ ਹੋਣ ਦੇ ਇਮਕਾਨ ਬਹੁਤ ਵੱਧ ਜਾਂਦੇ ਨੇ। ਵਿਨੀਤ ਨਲਵਾ ਜੋ ਕਿ ਨਿਊਰੋ ਸਾਈਕੋਲੋਜੀ ਦੇ ਵਿੱਚ PhD ਕਰ ਚੁੱਕੇ ਨੇ, ਜਿਸ ਨੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ UK ਦਾ ਕਾਮਨਵੈਲਥ ਸਕਾਲਰਸ਼ਿਪ ਹਾਸਲ ਕੀਤਾ ਸੀ ਅਤੇ USA ਮੈਰੀਲੈਂਡ ਦੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਉਹਨਾਂ ਦੇ ਫੁੱਲ ਬ੍ਰਾਈਟ ਦਾ ਸਕਾਲਰਸ਼ਿਪ ਜਿੱਤਿਆ ਸੀ। 10 ਸਾਲ ਦਿੱਲੀ ਯੂਨੀਵਰਸਿਟੀ ਦੇ ਵਿੱਚ ਅਤੇ ਥਾਈਲੈਂਡ ਦੇ ਵਿੱਚ ਫਿਜ਼ੀਓਲੋਜੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਬਹੁਤ ਲੰਮੀ ਰਿਸਰਚ ਕਰਨ ਤੋਂ ਬਾਅਦ ਆਪਣੇ ਪਰਿਵਾਰ ਦੀ ਸਹਿਮਤੀ ਲੈ ਕੇ ਹਰ ਇੱਕ ਚੀਜ਼ ਦੇ ਉੱਤੇ ਕਾਫੀ ਲੰਮੀ ਰਿਸਰਚ ਕੀਤੀ ਅਤੇ ਉਸ ਤੋਂ ਬਾਅਦ 2010 ਦੇ ਵਿੱਚ ਇਹ ਕਿਤਾਬ ਪਬਲਿਸ਼ ਕੀਤੀ ਗਈ। ਸਾਡਾ ਦੱਸਣ ਦਾ ਮਤਲਬ ਸਿਰਫ ਇੰਨਾ ਕੁ ਹੈ ਕਿ ਇਹ ਕਿਤਾਬ ਸਾਡਾ ਪ੍ਰਾਇਮਰੀ ਸੋਰਸ ਹੈ, ਬਾਕੀ ਜਿੰਨੇ ਵੀ ਮੁਖਤਲਿਫ ਸੋਰਸਸ ਨੇ ਉਹ ਸਾਡੇ ਸੈਕੰਡਰੀ ਨੇ। ਇਸ ਕਰਕੇ ਇਸ ਕਿਤਾਬ ਤੋਂ ਜ਼ਿਆਦਾ ਜਾਣਕਾਰੀ ਲਈ ਗਈ ਹੈ। ਇਹ ਕਿਤਾਬ ਇੰਗਲਿਸ਼ ਦੇ ਵਿੱਚ ਹੈ, ਪਰ ਇਸ ਦੀ ਸਾਰੀ ਜਾਣਕਾਰੀ ਅਤੇ ਸਾਰੀ ਮਾਲੂਮਾਤ ਨੂੰ ਇੱਕ ਬਾਰੀਕ ਸ਼ਿਫਟਿੰਗ ਦੀ ਛਾਨਣੀ 'ਚੋਂ ਛਾਣ ਕੇ ਇਸ ਨੂੰ ਮਹਿਦੂਦ ਕਰ ਲਿਆ ਗਿਆ ਹੈ ਅਤੇ ਮੁਖਤਲਫ ਜਿਹੇ ਮੁਨਫਰਦ ਪੈਰਾਏ ਦੇ ਵਿੱਚ ਇਸ ਨੂੰ ਛੋਟਾ ਕਰਕੇ ਆਮ ਸਾਦੀ ਪੰਜਾਬੀ ਦੇ ਵਿੱਚ ਤੁਹਾਡੇ ਤੱਕ ਪੁੱਜਦਾ ਕਰ ਰਹੇ ਹਾਂ ਤਾਂ ਜੋ ਵਾਅਦੇ ਦੇ ਮੁਤਾਬਕ ਤੁਹਾਡਾ ਸਮਾਂ ਅਤੇ ਐਨਰਜੀ ਦੋਵੇਂ ਬਚਾ ਸਕੀਏ। ਦੋਸਤੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਤਲੁਜ ਤੋਂ ਲੈ ਕੇ ਹਿੰਦੂ ਕੁਸ਼ ਯਾਨੀ ਟਰਾਂਸਇੰਡਸ ਪਹਾੜੀਆਂ ਦੇ ਤੱਕ ਫੈਲਿਆ ਹੋਇਆ ਸੀ। ਇਸ ਰਾਜ ਦੇ ਅੰਦਰ ਸਰਦਾਰ ਹਰੀ ਸਿੰਘ ਨਲਵਾ ਕਮਾਂਡਰ ਇਨ ਚੀਫ ਸਨ। ਇਸ ਸਰਦਾਰ ਦੀ ਵੱਡੀ ਘਾਲ ਕਮਾਈ ਦੇ ਸਦਕਾ ਹੀ ਖਾਲਸਾ ਫੌਜ ਦੇ ਆਸਰੇ ਮੁਗਲਾਂ ਦੇ ਚੱਲ ਰਹੇ ਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਸਨ। ਮੁਗਲਾਂ ਦੇ ਰਾਜ ਦੇ ਅੰਦਰ ਹਿੰਦੁਸਤਾਨੀਆਂ ਦੀ ਜੋ ਲੁੱਟ ਖਸੁੱਟ ਅਤੇ ਮਾਰ ਧਾੜ ਹੋ ਰਹੀ ਸੀ ਅਤੇ ਇਸਤਰੀਆਂ ਦੇ ਉੱਤੇ ਜੋ ਅਤਿਆਚਾਰ ਅਤੇ ਬਲਾਤਕਾਰ ਕੀਤੇ ਜਾ ਰਹੇ ਸਨ, ਉਹ ਬਿਆਨ ਕਰਨ ਤੋਂ ਬਾਹਰ ਦੀ ਗੱਲ ਹੈ। ਦਰਿਆ ਖੈਬਰ ਦੇ ਰਾਹੀਂ ਮੁਗਲ ਨਚੱਕ ਹੋ ਕੇ ਦਾਖਲ ਹੋਇਆ ਕਰਦੇ ਸਨ। ਸਰਦਾਰ ਹਰੀ ਸਿੰਘ ਨਲਵਾ ਨੇ ਯਮਰੌਦ 'ਤੇ ਜਦ ਕਬਜ਼ਾ ਕੀਤਾ ਅਤੇ ਖੈਬਰ ਦਰੇ ਦਾ ਰਸਤਾ ਬੰਦ ਕੀਤਾ ਤਾਂ ਪਿਛਲੀਆਂ 2 ਸਦੀਆਂ ਤੋਂ ਬਰਤਾਨੀਆ, ਰੂਸ ਅਤੇ ਅਮਰੀਕਾ ਅਫਗਾਨਿਸਤਾਨ ਦੇ ਖਿੱਤੇ ਨੂੰ ਸਰ ਕਰਨ ਦੇ ਮਨਸੂਬੇ ਅਤੇ ਜੋ ਜ਼ੋਰ ਲਗਾਏ ਜਾ ਰਹੇ ਸਨ ਉਹਨਾਂ ਨੂੰ ਸਰਦਾਰ ਹਰੀ ਸਿੰਘ ਨਲਵਾ ਨੇ ਨਾਕਾਮਯਾਬ ਕੀਤਾ। ਬਲਕਿ ਕੱਲਾ ਨਾਕਾਮਯਾਬ ਹੀ ਨਹੀਂ ਕੀਤਾ, ਸਗੋਂ ਉਹਨਾਂ ਨੂੰ ਭਾਰੀ ਨੁਕਸਾਨ ਦੇ ਕੇ ਐਸਾ ਬੂਥੀ ਬੰਨ੍ਹ ਪਾਇਆ ਕਿ ਉਹਨਾਂ ਨੂੰ ਵਾਪਸ ਮੁੜਨ ਦੇ ਉੱਤੇ ਮਜਬੂਰ ਹੋਣਾ ਪਿਆ। ਸਰਦਾਰ ਹਰੀ ਸਿੰਘ ਨਲਵਾ ਸਿਰਫ ਅਜਿਹਾ ਇੱਕ ਜਰਨੈਲ ਸੀ ਜਿਸ ਦੇ ਹਿੱਸੇ ਇਹ ਕਾਮਯਾਬੀ ਆਈ ਸੀ। ਉਹ ਸਾਰੀ ਜ਼ਿੰਦਗੀ ਖਾਲਸਾ ਸੱਜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸੂਲਾਂ 'ਤੇ ਚੱਲਿਆ। ਗੁਰਮਤਿ ਮਰਿਆਦਾ ਦੇ ਵਿੱਚ ਪੱਕਾ ਹੋਣ ਦਾ ਕਰਕੇ ਹਰੀ ਸਿੰਘ ਨਲਵੇ ਦਾ ਚਾਲ ਚੱਲਣ, ਉਸ ਦਾ ਕਰੈਕਟਰ ਪੂਰਨ ਤੌਰ 'ਤੇ ਬੇਦਾਗ ਕਰੈਕਟਰ ਸੀ। ਆਮ ਤਾਂ ਕਿ ਜੰਗ ਦੇ ਦੌਰਾਨ ਵੀ ਸਿੱਖ ਸੈਨਿਕਾਂ ਨੂੰ ਉਸ ਨੇ ਹੁਕਮ ਕੀਤਾ ਹੋਇਆ ਸੀ ਕਿ ਇਸਤਰੀ ਉੱਤੇ ਵਾਰ ਨਹੀਂ ਕਰਨਾ ਅਤੇ ਨਾ ਹੀ ਉਸ ਦੀ ਇੱਜ਼ਤ ਨੂੰ ਹੱਥ ਪਾਉਣਾ ਅਤੇ ਕਿਸੇ ਨੂੰ ਪਾਉਣ ਵੀ ਨਹੀਂ ਦੇਣਾ। ਉਹ ਅਕਸਰ ਹੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦਾ ਹਵਾਲਾ ਦੇ ਕੇ ਆਪਣੇ ਸੈਨਿਕਾਂ ਨੂੰ ਪਰਾਈ ਇਸਤਰੀ ਦੇ ਸੰਗ ਤੋਂ ਵਰਜਿਆ ਕਰਦੇ ਸਨ। ਉਹ ਆਖਦੇ ਸਨ ਕਿ ਕਾਮ ਬੰਦੇ ਦੇ ਜਤ ਸੱਤ ਅਤੇ ਪਤ ਨੂੰ ਹੰਤ ਕਰ ਦਿੰਦਾ ਹੈ।
ਉਹ ਇਹ ਵੀ ਕਿਹਾ ਕਰਦੇ ਸਨ ਕਿ ਸਿੱਖ ਦਾ ਫਰਜ਼ ਹੈ ਇਸਤਰੀ ਦੀ ਇੱਜ਼ਤ ਕਰਨਾ, ਇਸਤਰੀ ਦੀ ਇੱਜ਼ਤ ਬਣਾਉਣਾ ਅਤੇ ਹਰ ਪੱਖੋਂ ਉਸ ਦਾ ਸਤਿਕਾਰ ਕਰਨਾ। ਗੁਰੂ ਜੀ ਦੇ ਬੋਲ ਹਮੇਸ਼ਾ ਯਾਦ ਰੱਖਿਆ ਕਰੋ, ਪਰ ਨਾਰੀ ਕੇ ਸੇਜ ਭੂਲ, ਸੁਪਨੇ ਵੀ ਨਾ ਜਹਿਓ। ਸਰਦਾਰ ਹਰੀ ਸਿੰਘ ਨਲਵਾ ਨੇ ਆਪਣੇ ਰਾਜ ਦੇ ਦੌਰਾਨ ਬੇਸ਼ੁਮਾਰ ਔਰਤਾਂ ਨੂੰ ਮੁਗਲਾਂ ਦੀ ਚੁੰਗਲ 'ਚੋਂ ਛੁਡਾਇਆ, ਜਿਨ੍ਹਾਂ ਦੀ ਬੇਪਤੀ ਕੀਤੀ ਜਾ ਰਹੀ ਸੀ, ਅਤੇ ਆਪਣਾ ਕਿਰਦਾਰ ਹਮੇਸ਼ਾ ਉੱਚਾ ਸੁੱਚਾ ਰੱਖਿਆ। ਇੱਕ ਵਾਰ ਪੱਛਮੀ ਪੰਜਾਬ ਦੇ ਪਿਸ਼ੌਰ ਇਲਾਕੇ ਦੇ ਸਰਹੱਦੀ ਪਿੰਡ ਤੋਂ ਇੱਕ ਹਿੰਦੂ ਪਰਿਵਾਰ ਆਪਣੇ ਲੜਕੇ ਨੂੰ ਵਿਆਹ ਕੇ ਡੋਲਾ ਲਿਜਾ ਰਿਹਾ ਸੀ। ਰਸਤੇ ਦੇ ਵਿੱਚ ਡਾਕੂ ਪਠਾਣਾਂ ਨੇ ਉਹਨਾਂ ਦੇ ਕੋਲੋਂ ਕੀਮਤੀ ਵਸਤੂਆਂ ਅਤੇ ਗਹਿਣਾ ਗੱਟਾ ਲੁੱਟ ਲਿਆ ਅਤੇ ਵਿਆਹ ਕੇ ਲਿਆਂਦੀ ਲੜਕੀ ਵੀ ਧੱਕੇ ਦੇ ਨਾਲ ਅਗਵਾ ਕਰਕੇ ਆਪਣੇ ਨਾਲ ਲੈ ਗਏ। ਬੇਵਸੀ ਦੇ ਕਾਰਨ, ਕਮਜ਼ੋਰ ਦਿਲ ਅਤੇ ਸ਼ਸਤਰਹੀਣ ਹੋਣ ਦਾ ਕਰਕੇ ਇਹ ਘਟਨਾ ਵਾਪਰ ਚੁੱਕੀ ਸੀ। ਉਸ ਇਲਾਕੇ ਦੇ ਵਿੱਚ ਕੁਦਰਤੀ ਸਰਦਾਰ ਹਰੀ ਸਿੰਘ ਨਲਵਾ ਗਵਰਨਰ ਸੀ ਉਸ ਸਮੇਂ। ਲਾੜਾ ਅਤੇ ਉਸ ਦੇ ਮਾਪਿਆਂ ਨੇ ਇਸ ਵਾਰਦਾਤ ਦੀ ਸ਼ਿਕਾਇਤ ਸਰਦਾਰ ਹਰੀ ਸਿੰਘ ਨਲਵਾ ਦੇ ਕੋਲ ਕੀਤੀ। ਕੌਮ ਦੇ ਜਰਨੈਲ ਨੇ ਕਚਹਿਰੀ ਲਗਾਈ। ਲਾੜੇ ਅਤੇ ਉਸ ਦੇ ਪਰਿਵਾਰ ਦੀ ਗੱਲ ਸੁਣਨ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਹੁਕਮ ਦਿੱਤਾ ਕਿ ਇਸ ਲਾੜੇ ਨੂੰ ਕੈਦੀ ਬਣਾ ਲਿਆ ਜਾਵੇ। ਇਹ ਅੱਜ ਆਪਣੀ ਪਤਨੀ ਨੂੰ ਨਹੀਂ ਬਚਾ ਸਕਿਆ, ਅੱਜ ਆਪਣੀ ਖੁਦ ਦੀ ਪਤਨੀ ਦੀ ਹੀ ਰੱਖਿਆ ਨਹੀਂ ਕਰ ਸਕਿਆ, ਤਾਂ ਇਹੋ ਜਿਹਾ ਵਿਅਕਤੀ ਸਮਾਜ ਦੇ ਵਿੱਚ ਕੀ ਯੋਗਦਾਨ ਪਾਵੇਗਾ? ਸਮਾਜ ਨੂੰ ਕੀ ਆਸ ਹੈ ਇਹੋ ਜਿਹੇ ਵਿਅਕਤੀ ਤੋਂ? ਇਹ ਕੱਲ੍ਹ ਨੂੰ ਕਿਸੇ ਬਹੂ ਬੇਟੀ ਦੀ ਹੋ ਰਹੀ ਬੇਪੱਤੀ ਨੂੰ ਕਿਵੇਂ ਬਚਾ ਸਕੇਗਾ? ਪਰ ਪਰਿਵਾਰ ਦੀਆਂ ਮਿਹਨਤਾਂ ਅਤੇ ਹੱਥ ਜੋੜਨ ਤੋਂ ਬਾਅਦ ਉਸ ਨੂੰ ਬਖਸ਼ ਦਿੱਤਾ ਗਿਆ, ਕਿਉਂਕਿ ਸਰਦਾਰ ਹਰੀ ਸਿੰਘ ਨਲਵਾ ਨੇ ਵੀ ਇਹ ਸਜ਼ਾ ਸਿਰਫ ਉਸ ਨੂੰ ਅਹਿਸਾਸ ਕਰਾਉਣ ਦੇ ਲਈ ਕਹੀ ਸੀ, ਦੇਣੀ ਤਾਂ ਸ਼ਾਇਦ ਨਹੀਂ ਸੀ। ਪਰ ਸਰਦਾਰ ਹਰੀ ਸਿੰਘ ਦੀਆਂ ਗੱਲਾਂ ਤੋਂ ਬਾਅਦ ਉਹ ਸਿਰ ਚੁੱਕ ਕੇ ਉੱਪਰ ਵੇਖਣ ਜੋਗਾ ਨਹੀਂ ਸੀ ਰਿਹਾ। ਖੈਰ, ਇਸ ਸੁਣਵਾਈ ਦੇ ਦੌਰਾਨ ਡਾਕੂਆਂ ਦੇ ਬੰਦੇ ਵੀ ਉੱਥੇ ਮੌਜੂਦ ਸਨ ਅਤੇ ਇਸ ਸੁਣਵਾਈ ਨੂੰ ਬੜੇ ਗੌਰ ਦੇ ਨਾਲ ਸੁਣ ਰਹੇ ਸਨ ਕਿ ਜਰਨੈਲ ਕੀ ਫੈਸਲਾ ਕਰਦਾ ਹੈ। ਜਦੋਂ ਡਾਕੂਆਂ ਦੇ ਬੰਦਿਆਂ ਨੇ ਫੈਸਲਾ ਸੁਣਿਆ ਤਾਂ ਉਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਆ ਗਈ। ਫੈਸਲੇ ਦੇ ਵਕਤ ਸਰਦਾਰ ਹਰੀ ਸਿੰਘ ਆਪਣੀਆਂ ਤੇਜ਼ ਪਰ ਦੱਬੀਆਂ ਅੱਖਾਂ ਦੇ ਨਾਲ ਆਲੇ ਦੁਆਲੇ ਗੌਰ ਦੇ ਨਾਲ ਵੇਖ ਰਹੇ ਸਨ। ਉਹਨਾਂ ਨੇ ਦੇਖਿਆ ਕਿ ਜਿਹੜੇ ਦੋ ਬੰਦੇ ਫੈਸਲੇ ਨੂੰ ਸੁਣ ਕੇ ਖੁਸ਼ੀ ਦੇ ਵਿੱਚ ਫੁੱਲੇ ਨਹੀਂ ਸੀ ਸਮਾ ਰਹੇ, ਇਹ ਕਾਰਾ ਇਹਨਾਂ ਦਾ ਹੀ ਕੀਤਾ ਹੋਇਆ। ਇਹ ਦੋ ਬੰਦੇ ਤਾਂ ਫੈਸਲਾ ਸੁਣ ਕੇ ਵਾਹੋ ਦਾ ਹੀ ਆਪਣੇ ਟਿਕਾਣੇ ਚੱਲ ਪਏ, ਪਰ ਜਿਸ ਪਾਸੇ ਵਿਆਹੀ ਹੋਈ ਲੜਕੀ ਨੂੰ ਲੁਕਾ ਕੇ ਰੱਖਿਆ ਹੋਇਆ ਸੀ, ਸਰਦਾਰ ਹਰੀ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇੱਕੋ ਦਮ ਉਸ ਪਾਸੇ ਵੱਲ ਜਾਓ ਜਿਸ ਪਾਸੇ ਇਹ ਦੋ ਬੰਦੇ ਗਏ ਨੇ। ਜਦੋਂ ਇਹਨਾਂ ਸੰਦੇਹੀ ਬੰਦਿਆਂ ਨੇ ਜਾ ਕੇ ਜਰਨੈਲ ਦੇ ਫੈਸਲੇ ਦਾ ਸੰਦੇਸ਼ ਆਪਣੇ ਨਾਲ ਦੇ ਦੋ ਬੰਦਿਆਂ ਨੂੰ ਸੁਣਾਇਆ ਤਾਂ ਉਹ ਖੁਸ਼ੀਆਂ ਮਨਾਉਣ ਲੱਗੇ। ਅਜੇ ਇਹ ਧਾੜ ਵੀ ਖੁਸ਼ੀਆਂ ਹੀ ਮਨਾ ਰਹੇ ਸਨ ਕਿ ਸਿੱਖ ਸਿਪਾਹੀ ਪਹੁੰਚ ਚੁੱਕੇ ਸਨ। ਇਹਨਾਂ ਨੂੰ ਸਜ਼ਾਵਾਂ ਦੇ ਕੇ ਡੋਲਾ ਛੁਡਾਇਆ ਅਤੇ ਨਾਲ ਲੁੱਟਿਆ ਹੋਇਆ ਸਮਾਨ ਵੀ ਲੈ ਕੇ ਵਾਪਸ ਸਰਦਾਰ ਹਰੀ ਸਿੰਘ ਨਲੂਏ ਦੀ ਕਚਹਿਰੀ ਵਿੱਚ ਆਣ ਪਹੁੰਚੇ। ਜਦੋਂ ਲਿਆਂਦੀ ਲਾੜੀ ਨੂੰ ਸਰਦਾਰ ਦੇ ਅੱਗੇ ਪੇਸ਼ ਕੀਤਾ ਤਾਂ ਨਲੂਏ ਸਰਦਾਰ ਨੇ ਲੜਕੀ ਤੋਂ ਉਸ ਦਾ ਨਾਂ ਪੁੱਛਿਆ। ਉੱਤਰ ਵਿੱਚ ਉਸਨੇ ਕਿਹਾ, ਸਰਦਾਰਾ, ਮੈਂ ਤਾਂ ਡਰੀ ਹੋਈ ਆਪਣਾ ਨਾਮ ਹੀ ਭੁੱਲ ਗਈ ਹਾਂ। ਤੂੰ ਹੀ ਮੈਨੂੰ ਬਚਾਉਣ ਵਾਲਾ ਹੈ, ਬਸ ਹੁਣ ਤੇਰੀ ਸ਼ਰਨ ਵਿੱਚ ਹੀ ਹਾਂ। ਸਰਦਾਰ ਨੇ ਲੜਕੇ ਅਤੇ ਲੜਕੀ ਤੋਂ ਉਹਨਾਂ ਦੀ ਇੱਛਾ ਬਾਰੇ ਪੁੱਛਿਆ ਤਾਂ ਦੋਵਾਂ ਨੇ ਕਿਹਾ, ਸਾਨੂੰ ਤੁਸੀਂ ਆਪਣੇ ਪੰਥ ਦੇ ਵਿੱਚ ਸ਼ਾਮਲ ਕਰ ਲਓ। ਅਸੀਂ ਸਿੱਖ ਬਣ ਕੇ ਜੀਵਨ ਜਿਉਣਾ ਹੈ ਅਤੇ ਸਿੱਖੀ ਵਿੱਚ ਹੀ ਮਰਨਾ ਹੈ। ਇਸ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਤੋਂ ਬਾਅਦ ਇਹ ਬੀਬੀ ਦਾ ਨਾਂ ਸਾਰੰਗਤ ਕੌਰ ਰੱਖਿਆ ਗਿਆ। ਹਰੀ ਸਿੰਘ ਨਲੂਆ ਬਹੁਤ ਹੀ ਰਹਿਤਵਾਨ ਅਤੇ ਬਹੁਤ ਹੀ ਉੱਚੇ ਸੁੱਚੇ ਕਰੈਕਟਰ ਦਾ ਮਾਲਕ ਸੀ। ਅਗਰ ਕੋਈ ਨਲੂਏ ਦੇ ਆਚਰਣ ਦੇ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਬੀਬੀ ਬਾਨੋ ਦੀ ਸਾਖੀ ਜ਼ਰੂਰ ਪੜ੍ਹੇ। ਕਈਆਂ ਨੇ ਪੜ੍ਹੀ ਵੀ ਹੋਏਗੀ। ਇਹ ਬਾਨੋ ਇੱਕ ਬਹੁਤ ਹੀ ਸੁੰਦਰ ਮੁਗਲ ਮੁਟਿਆਰ ਸੀ। ਸਰਦਾਰ ਹਰੀ ਸਿੰਘ ਜੀ ਅਫਗਾਨਿਸਤਾਨ ਦੇ ਵਿੱਚ ਯਮਰੌਦ ਦੇ ਕਿਲ੍ਹੇ ਦੇ ਉੱਤੇ ਫੌਜ ਦੇ ਸਮੇਤ ਟੈਂਟ ਵਿੱਚ ਬੈਠੇ ਸਨ। ਇਹ ਖੂਬਸੂਰਤ ਮੁਗਲ ਮੁਟਿਆਰ ਸਰਦਾਰ ਹਰੀ ਸਿੰਘ ਦੇ ਕੱਦ ਕਾਠ, ਡੀਲ ਡੌਲ ਅਤੇ ਉਹਨਾਂ ਦੀ ਦਿੱਖ ਤੋਂ ਇੰਨੀ ਪ੍ਰਭਾਵਿਤ ਸੀ ਕਿ ਉਸ ਦੇ ਮਨ ਦੇ ਵਿੱਚ ਇੱਕ ਇੱਛਾ ਜਾਗੀ ਕਿ ਜੇਕਰ ਮੇਰੇ ਕੋਲ ਇਸ ਬਹਾਦਰ ਵਰਗਾ ਪੁੱਤਰ ਹੋਵੇ, ਕਹਿਣ ਦਾ ਮਤਲਬ ਕਿ ਮੇਰੇ ਬਹਾਦਰ ਹਰੀ ਸਿੰਘ ਤੋਂ ਅਗਰ ਪੁੱਤਰ ਜਨਮੇ ਤਾਂ ਉਹ ਇਹਦੇ ਵਰਗਾ ਹੀ ਯੋਧਾ ਹੋ ਸਕਦਾ ਹੈ ਜੋ ਕਿ ਮੇਰਾ ਨਾਮ ਦੁਨੀਆ ਤੇ ਉੱਚਾ ਕਰ ਸਕਦਾ ਹੈ।
ਇੱਥੇ ਦੱਸਦੇ ਚੱਲੀਏ ਕਿ ਦੌਰਾਨੇ ਰਿਸਰਚ ਸਾਨੂੰ ਇੱਕ ਦੋ ਮੌਰਖੀਨਾਂ ਦੇ ਵੱਖਰੇ ਵਿਚਾਰ ਵੀ ਮਿਲੇ ਨੇ। ਉਹਨਾਂ ਦਾ ਕਹਿਣਾ ਸੀ ਕਿ ਇਹ ਮੁਟਿਆਰ ਸਰਦਾਰ ਹਰੀ ਸਿੰਘ ਨਲੂਏ ਦਾ ਕਿਰਦਾਰ ਅਸੈਸੀਨੇਟ ਕਰਨਾ ਚਾਹੁੰਦੀ ਸੀ, ਬਲਕਿ ਹਰੀ ਸਿੰਘ ਨਲੂਏ ਦੇ ਰਾਹੀਂ ਸਿੱਖਾਂ ਦਾ ਕਰੈਕਟਰ ਅਸੈਸੀਨੇਟ ਕਰਨਾ ਚਾਹੁੰਦੀ ਸੀ ਕਿ ਜੇਕਰ ਮੇਰੀ ਸੁੰਦਰਤਾ ਦੇ ਅੱਗੇ ਇਹ ਜਰਨੈਲ ਡੋਲ ਜਾਂਦਾ ਹੈ ਤਾਂ ਇਸ ਤੋਂ ਵੱਡੀ ਸ਼ਿਕਸਤ, ਇਸ ਤੋਂ ਵੱਡੀ ਹਾਰ ਸਿੱਖਾਂ ਨੂੰ ਦਿੱਤੀ ਹੀ ਨਹੀਂ ਜਾ ਸਕਦੀ। ਕਹਿਣ ਦਾ ਮਤਲਬ ਉਹ ਮੌਰਖੀਨ ਇਸ ਪੱਖ ਨੂੰ ਕਰੈਕਟਰ ਅਸੈਸੀਨੇਸ਼ਨ ਦੇ ਨਾਲ ਜੋੜਦੇ ਨੇ, ਪਰ ਉਸ ਦੇ ਮਨ ਵਿੱਚ ਕੀ ਸੀ ਇਸ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਏ ਦੇ ਵਰਗਾ ਯੋਧਾ ਲੈਣ ਦੀ ਨੀਅਤ ਦੇ ਨਾਲ ਉਹ ਜਮਰੌਦ ਦੇ ਕਿਲੇ ਸਰਦਾਰ ਹਰੀ ਸਿੰਘ ਨਲੂਆ ਨੂੰ ਮਿਲਣ ਪਹੁੰਚਦੀ ਹੈ। ਸੁਰੱਖਿਆ 'ਤੇ ਖੜੇ ਸਿਪਾਹੀ ਨੇ ਜਦ ਇਸ ਮੁਟਿਆਰ ਨੂੰ ਪੁੱਛਿਆ ਕਿ ਤੂੰ ਕਿਸ ਨੂੰ ਮਿਲਣਾ ਹੈ ਤਾਂ ਉਸਨੇ ਕਿਹਾ, ਮੈਂ ਤੁਹਾਡੇ ਸਰਦਾਰ ਨੂੰ ਮਿਲਣਾ ਹੈ। ਸੈਨਿਕ ਨੇ ਸਰਦਾਰ ਨਲੂਏ ਨੂੰ ਦੱਸਿਆ ਕਿ ਤੁਹਾਨੂੰ ਮਿਲਣ ਇੱਕ ਬੀਬੀ ਆਈ ਹੈ, ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ। ਸਰਦਾਰ ਸਾਹਿਬ ਨੇ ਕਹਿ ਦਿੱਤਾ ਕਿ ਉਹ ਮਿਲ ਸਕਦੀ ਹੈ। ਇੰਜ ਇਜਾਜ਼ਤ ਮਿਲਣ 'ਤੇ ਉਹ ਕਨਾਤ ਦੇ ਅੰਦਰ ਚਲੀ ਗਈ। ਸਰਦਾਰ ਹਰੀ ਸਿੰਘ ਨੇ ਇਸ ਤੋਂ ਨਾਂ ਪਤਾ ਅਤੇ ਉਸ ਦੇ ਕੋਲ ਆਉਣ ਦਾ ਕਾਰਨ ਪੁੱਛਿਆ। ਅੱਗੋਂ ਬਾਨੋ ਨੇ ਆਖਿਆ, ਸਰਦਾਰ ਜੀ, ਹਰ ਕੋਈ ਤੁਹਾਡੀ ਸੋਭਾ ਗਾ ਰਿਹਾ ਹੈ। ਤੁਹਾਡੀ ਬਹਾਦਰੀ ਦੇ ਕਿੱਸੇ ਦੂਰ ਅਫਤਾਦਾ ਪਿੰਡਾਂ ਤੱਕ ਫੈਲੇ ਹੋਏ ਨੇ। ਤੁਸੀਂ ਮਹਾਨ ਹੀ ਨਹੀਂ, ਬੜੇ ਦਲੇਰ, ਬਹਾਦਰ ਅਤੇ ਹੋਣਹਾਰ ਯੋਧੇ ਹੋ। ਮੈਂ ਅਜੇ ਅਣਵਿਆਹੀ ਹਾਂ। ਮੇਰੀ ਦਿਲੀ ਇੱਛਾ ਹੈ ਕਿ ਮੇਰਾ ਪੁੱਤਰ ਤੁਹਾਡੇ ਵਰਗਾ ਹੋਵੇ, ਕਿ ਮੇਰੀ ਕੁੱਖ 'ਚੋਂ ਤੁਹਾਡੇ ਵਰਗਾ ਪੁੱਤਰ ਜਨਮੇ। ਸਰਦਾਰ ਹਰੀ ਸਿੰਘ ਭਾਵੇਂ ਇਸ ਦੀ ਭਾਵਨਾ ਨੂੰ ਭਾਪ ਗਏ ਸਨ, ਪਰ ਆਖਿਆ, ਪੁੱਤਰੀ, ਖੁਦਾ ਤੇਰੀ ਦਿਲੀ ਮੰਗ ਜ਼ਰੂਰ ਪੂਰੀ ਕਰੇਗਾ। ਉਸ ਦੇ ਅੱਗੇ ਅਰਜ਼ ਕਰਿਆ ਕਰ। ਬਾਨੋ ਫਿਰ ਬੋਲੀ, ਸਰਦਾਰ ਜੀ, ਮੈਂ ਤਾਂ ਤੁਹਾਡੇ ਰਾਹੀਂ ਪੁੱਤਰ ਚਾਹੁੰਦੀ ਹਾਂ। ਉੱਤਰ ਦੇ ਵਿੱਚ ਨਲੂਆ ਸਾਹਿਬ ਕਹਿੰਦੇ ਨੇ ਕਿ ਪੁੱਤਰੀ, ਮੈਂ ਤਾਂ ਵਿਆਹਿਆ ਹੋਇਆ ਹਾਂ, ਮੇਰੇ ਧੀਆਂ ਪੁੱਤਰ ਮੌਜੂਦ ਨੇ, ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ। ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ। ਗੁਰੂ ਜੀ ਨੇ ਸਿੱਖਾਂ ਨੂੰ ਇਸਤਰੀ ਦਾ ਸਤਿਕਾਰ ਕਰਨ ਲਈ ਉਪਦੇਸ਼ ਦਿੱਤਾ ਹੈ, ਨਾ ਕਿ ਬਲਾਤਕਾਰ ਕਰਨ ਲਈ। ਇਸ ਲਈ ਜੋ ਤੂੰ ਕਹਿ ਰਹੀ ਹੈ ਇਹ ਉੱਕਾ ਹੀ ਸੰਭਵ ਨਹੀਂ। ਇਹ ਸੁਣ ਕੇ ਉਸ ਮੁਟਿਆਰ ਦੀਆਂ ਅੱਖਾਂ ਭਰ ਆਈਆਂ ਅਤੇ ਰੋਣ ਵਾਲੀ ਹਾਲਤ ਦੇ ਵਿੱਚ ਆ ਕੇ ਕੁਝ ਸਮੇਂ ਦੇ ਬਾਅਦ ਸੋਚ ਕੇ ਬੋਲੀ, ਸਿੱਖਾ, ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਬੜਾ ਮਹਾਨ ਹੈ, ਬਖਸ਼ਿਸ਼ ਦਾ ਘਰ ਹੈ ਅਤੇ ਉਹ ਹਲਤ ਪਲਤ ਦਾ ਮਾਲਕ ਹੈ। ਉਸ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਮੁੜਿਆ। ਇਹ ਸੁਣ ਕੇ ਸਰਦਾਰ ਹਰੀ ਸਿੰਘ ਨਲਵਾ ਉਸ ਨੂੰ ਰੋਕਣ ਲਈ ਕਹਿੰਦੇ ਨੇ। ਅੰਦਰ ਜਾਂਦੇ ਨੇ, ਇੱਕ ਸਿਰੋਂ ਪਾਉ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨੂੰ ਛੁਆ ਕੇ ਵਾਪਸ ਆਉਂਦੇ ਨੇ। ਉਹ ਸਿਰੋਂ ਪਾਉ ਉਸ ਬੀਬੀ ਦੇ ਗਲ ਦੇ ਵਿੱਚ ਪਾ ਕੇ ਦੋਵੇਂ ਹੱਥ ਜੋੜ ਕੇ ਝੁਕ ਕੇ ਆਖਦੇ ਨੇ ਕਿ ਬੀਬੀ, ਵਾਕਿਆ ਹੀ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਜੇ ਇਹ ਗੱਲ ਹੈ ਤੇ ਅੱਜ ਤੋਂ ਮੈਂ ਤੇਰਾ ਪੁੱਤਰ ਅਤੇ ਤੂੰ ਮੇਰੀ ਮਾਂ। ਅੱਜ ਤੋਂ ਬਾਅਦ ਮੈਂ ਤੈਨੂੰ ਮਾਂ ਕਹਿ ਕੇ ਬੁਲਾਵਾਂਗਾ ਅਤੇ ਹਰੀ ਸਿੰਘ ਹੀ ਤੇਰਾ ਪੁੱਤਰ ਹੈ ਅੱਜ ਤੋਂ। ਇਹ ਸੁਣਨ ਤੋਂ ਬਾਅਦ ਬਾਨੋ ਕਹਿੰਦੀ, ਸਰਦਾਰ ਜੀ, ਮੈਂ ਸਿੱਖਾਂ ਦੇ ਉੱਚੇ ਸੁੱਚੇ ਚੱਲ ਚੱਲਣ ਦੇ ਬਾਰੇ ਸੁਣਦੀ ਸਾਂ, ਪਰ ਤੁਸੀਂ ਤਾਂ ਅੱਜ ਪਰਪੱਖ ਸਾਹਮਣੇ ਦਰਸਾ ਦਿੱਤਾ ਹੈ। ਇਸ ਉਪਰੰਤ ਸਰਦਾਰ ਹਰੀ ਸਿੰਘ ਬਾਨੋ ਨੂੰ ਮਾਂ ਕਹਿ ਕੇ ਬੁਲਾਉਂਦੇ ਰਹੇ ਅਤੇ ਬਾਨੋ ਉਸ ਨੂੰ ਪੁੱਤਰ ਕਹਿ ਕੇ ਬੁਲਾਉਂਦੀ ਰਹੀ। ਸੋ ਇਹ ਹੈ ਗੁਰੂ ਦੇ ਸਿੱਖਾਂ ਦਾ ਚਾਲ ਚੱਲਣ, ਉਹਨਾਂ ਦੀ ਇਮੇਜ, ਉਹਨਾਂ ਦਾ ਕਰੈਕਟਰ ਏਡਾ ਉੱਚਾ ਸੁੱਚਾ ਕਰੈਕਟਰ ਸੀ। ਸਿੱਖ ਕੌਮ ਦੇ ਉਹਨਾਂ ਮਹਾਨ ਯੋਧਿਆਂ ਦਾ ਐਵੇਂ ਨਹੀਂ ਸੀ। ਸੱਚੇ ਪਾਤਸ਼ਾਹ ਨੇ ਉਸ ਵਕਤ ਸਾਨੂੰ ਰਾਜ ਬਖਸ਼ੇ। ਰਾਜ ਦੇ ਲਈ ਉਸ ਦੇ ਹਾਣ ਦਾ ਹੋਣਾ ਪੈਂਦਾ, ਉਸ ਦਾ ਪਿਆਰਾ ਹੋਣਾ ਪੈਂਦਾ। ਸਾਡੇ ਕਿਰਦਾਰ, ਸਾਡੇ ਦਿਲ ਸਰਫ ਐਕਸਲ ਦੇ ਨਾਲ ਧੋਣ ਵਾਲੇ ਹੋਏ ਪਏ ਨੇ ਅੱਜ, ਚਾਹੇ ਕਿਸੇ ਦੇ ਗੋਡੇ ਲੱਗੇ, ਚਾਹੇ ਗਿੱਟੇ, ਪਰ ਸੱਚਾਈ ਇਹੀ ਹੈ। ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਸ਼ਬਦ ਯਾਦ ਆਉਂਦੇ ਨੇ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਹੋਂ ਮੈਂ ਸਾਰਾ। ਜਬ ਇਹ ਗਇਓ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਉਹ ਅੱਜ ਸਾਡੇ ਨਾਲ ਹੋ ਰਿਹਾ ਹੈ। ਸਾਨੂੰ ਸਮੂਹਿਕ ਤੌਰ 'ਤੇ ਮਾफ़ੀ ਮੰਗਣੀ ਪਵੇਗੀ, ਨਹੀਂ ਤਾਂ ਇੱਕ ਦਿਨ ਅਸੀਂ ਉਸ ਮਾफ़ੀ ਦੇ ਵੀ ਤਲਬਗਾਰ ਨਹੀਂ ਰਹਾਂਗੇ। ਅੱਜ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਪਰ ਸਾਡੀ ਦਸਤਾਰ, ਗੁਫਤਾਰ ਅਤੇ ਰਫਤਾਰ ਬਹੁਤ ਢਿੱਲੀਆਂ ਪੈ ਚੁੱਕੀਆਂ ਨੇ। ਉਸ ਪੱਧਰ ਦਾ, ਮਿਆਰ ਦਾ ਕਰੈਕਟਰ ਸਾਡੇ ਵਿੱਚ ਅੱਜ ਨਹੀਂ। ਉਹਨਾਂ ਨੂੰ ਮਾਲਕ ਨੇ ਐਵੇਂ ਪਜ਼ੀਰਾਈ ਨਹੀਂ ਸੀ ਦਿੱਤੀ ਕਿ ਉਹਨਾਂ ਦੇ ਨਾਵਾਂ ਦੇ ਸਿੱਕੇ ਚੱਲੇ।
ਅੱਜ ਅਸੀਂ ਅਗਰ ਆਪਣੇ ਨਾਂ ਦਾ ਸਿੱਕਾ ਚਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਦੇ ਕੋਲ ਸਮੂਹਿਕ ਮਾਫੀ ਮੰਗ ਕੇ ਫਿਰ ਉੱਥੋਂ ਹੀ ਸ਼ੁਰੂ ਕਰਨਾ ਪਵੇਗਾ ਜਿੱਥੋਂ ਉਹ ਸਾਨੂੰ ਛੱਡ ਕੇ ਗਏ ਸਨ। ਨਹੀਂ ਤਾਂ ਫਿਰ ਇਤਿਹਾਸ ਤਾਂ ਸਾਡੇ ਕੋਲ ਹੈ ਹੀ, ਜਿਸ ਦੇ ਸਿਰ 'ਤੇ ਅਸੀਂ ਅੱਜ ਡੀਂਗਾਂ ਮਾਰਦੇ ਹਾਂ, ਜਿਸ ਦੇ ਸਿਰ 'ਤੇ ਇਤਰਾਉਂਦੇ ਫਿਰਦੇ ਹਾਂ। ਉਹਨਾਂ ਮਹਾਨ ਯੋਧਿਆਂ ਦਾ ਇਤਿਹਾਸ ਜਿਨ੍ਹਾਂ ਦਾ ਸਿੱਕਾ ਚੱਲਿਆ ਕਰਦਾ ਸੀ। ਸਰਕਾਰਾਂ ਅਤੇ ਸਿੱਕੇ ਰਾਜੇ ਰਾਣੀਆਂ ਦਾ ਦੇਸ਼ ਅਤੇ ਮਹਾਨ ਵਿਅਕਤੀਆਂ ਦੇ ਨਾਂ 'ਤੇ ਚੱਲਿਆ ਕਰਦੇ ਨੇ। ਇਹ ਸਿੱਕੇ ਕਿਸੇ ਖਾਸ ਰਾਜ ਜਾਂ ਬਾਦਸ਼ਾਹੀ ਦੇ ਚਿੰਨ੍ਹ ਹੁੰਦੇ ਨੇ। ਪ੍ਰੇਮ ਸਿੰਘ ਹੋਤੀ ਮਰਦਾਨ ਆਪਣੀ ਕਿਤਾਬ 'ਚ ਲਿਖਦੇ ਨੇ ਕਿ ਖਾਲਸਾ ਰਾਜ ਦੇ ਸਮੇਂ ਇਹ ਸਭ ਤੋਂ ਪਹਿਲਾ ਮੌਕਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਫਰਮਾਨ ਜਾਰੀ ਕਰਕੇ ਸਰਦਾਰ ਹਰੀ ਸਿੰਘ ਦੇ ਨਾਂ 'ਤੇ ਕਸ਼ਮੀਰ ਦੇ ਵਿੱਚ ਸਿੱਕਾ ਜਾਰੀ ਕੀਤਾ ਗਿਆ ਅਤੇ ਮਹਾਨ ਅਧਿਕਾਰ ਸਰਦਾਰ ਹਰੀ ਸਿੰਘ ਨਲੂਏ ਨੂੰ ਬਖਸ਼ ਦਿੱਤਾ। ਇਸ ਫਰਮਾਨ ਦੇ ਰਾਹੀਂ ਸਰਦਾਰ ਹਰੀ ਸਿੰਘ ਦੀ ਇੱਜ਼ਤ ਅਤੇ ਬਹਾਦਰੀ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਗਿਆ ਸੀ। ਹੋਰ ਤਾਂ ਹੋਰ ਮਹਾਰਾਜਾ ਸਾਹਿਬ ਨੇ ਆਪਣੇ ਜਿਉਂਦੇ ਜੀ ਕੰਵਰ ਨੌਨਿਹਾਲ ਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਆਪਣੇ ਨਾਮ 'ਤੇ ਸਿੱਕਾ ਜਾਰੀ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ। ਇਹ ਮਾਣ ਸਿਰਫ ਤੇ ਸਿਰਫ ਸਰਦਾਰ ਹਰੀ ਸਿੰਘ ਨਲੂਏ ਦੇ ਹਿੱਸੇ ਹੀ ਆਇਆ ਸੀ। ਸਰਦਾਰ ਹਰੀ ਸਿੰਘ ਨਲੂਆ ਗਵਰਨਰ ਦੇ ਨਾਂ ਹੇਠ ਇਹ ਸਿੱਕਾ ਪਹਿਲੀ ਵਾਰ ਜਾਰੀ ਹੋਇਆ। ਇਸ ਨੂੰ ਹਰੀ ਸਿੰਘੀਆ ਰੁਪਈਆ ਕਿਹਾ ਕਰਦੇ ਸਨ। ਸ਼ੇਰੇ ਪੰਜਾਬ ਦੇ ਰਾਜ ਤੋਂ ਪਹਿਲਾਂ ਇਹ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਜਾਰੀ ਕੀਤਾ ਸੀ। ਸਭ ਤੋਂ ਪਹਿਲਾਂ ਦੇਗ ਤੇਗ ਫਤਿਹ ਜੋ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਕਿਆਂ 'ਤੇ ਲਿਖਿਆ ਗਿਆ ਸੀ। ਉਹੀ ਦੇਗ ਤੇਗ ਫਤਿਹ ਫਿਰ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਲਿਖਿਆ। ਉਹੀ ਸਿੱਕੇ ਦੀ ਜਿਹੜੀ ਮੋਹਰ ਹੈ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਵੀ ਵਰਤੀ ਜਾਂਦੀ ਹੈ। ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਜਿਸ ਦਾ ਤਰਜਮਾ ਅਤੇ ਇਸ ਦੀ ਸਾਰੀ ਜਾਣਕਾਰੀ ਚੈਪਟਰ 1 ਦੇ ਵਿੱਚ ਦੇ ਚੁੱਕੇ ਹਾਂ। ਅਗਰ ਤੁਸੀਂ ਨਹੀਂ ਦੇਖਿਆ ਤਾਂ ਚੈਪਟਰ 1 ਜ਼ਰੂਰ ਦੇਖੋ। ਇਸ ਚੈਪਟਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲਾ ਚੈਪਟਰ ਇੱਥੋਂ ਹੀ ਸ਼ੁਰੂ ਕਰਾਂਗੇ ਬਹੁਤ ਹੀ ਵੱਖਰੀ ਮਾਲੂਮਾਤ ਦੇ ਨਾਲ। ਮੈਂ ਸੀ ਪ੍ਰਿੰਸ ਚੋਗਾਵਾਂ। ਧੰਨਵਾਦ।